सतनाम श्री वाहिगुरु साहिब जीओ। दुकालं परनासी दयालं स्वरूपे सदायंग संगे अपंगं बेपूते। बास गियो बख्यान सो बैठ कै, ऐसे ही ऐसे सो वैस बतायो। साच कहूँ सुन लियो सवै, जिन प्रेम कियो तिन ही प्रभ पायो। जिन प्रेम कियो तिन ही प्रभ पायो। जुगो जुग अटल चवर छत्र तखत दे मालक, दसां पातशाहियां जी दी जोत हाजर नाजर श्री गुरु ग्रंथ साहिब महाराज जी दे पावन पवित्र सतगुरां दे सन्मुख हजूरी अंदर जुड़ बैठी गुरु प्यारी गुरु सवारी गुरु की साजी साज के निवाजी। गुरु का खास रूप खालसा साध संग जीओ। आओ कुछ समय लई सतगुरु जी दे पावन पवित्र चरण कमलां दे नाल मन विरतियां कागर करके जुड़ करके बहन दी कृपालता करिए। समय और श्वासां नूं सफला करिए। सतगुरां दियां खुशियां प्राप्त करना करिए। चल रही लड़ीवार शब्द विचार कथा गुरबाणी श्रवण करना करिए। आप संगत ने जो हुण तक लड़ीवार कथा विचार श्रवण करना कीती, ओ विचार इत्थों तक सी कि जिस वेले बाबा बंदा सिंह बहादुर जी इधर पापियां नूं मारदे होए, जिमें सूबा सरहंद वजीद खान नूं मार के मौत दे घाट उतार के बाबा बंदा सिंह बहादुर जी श्री आनंदपुर साहिब जी दे पावन पवित्र धरती दे सुंदर स्थान दे दर्शन कीते। उन्हां ने उत्थे दर्शन करके बाद विच बाबा बंदा सिंह बहादुर इधर भीम चंद सैन दा जिहड़ा पहाड़ी इलाका है उत्थे जाण दी उन्हां ने विचार कीती, क्योंकि इत्थे भी जितने माड़े मोटे राजे ने जेड़े भी गुरु नानक दे दर करदे पापी निंदक ने, उन्हां नूं सोधा लाउण वास्ते बाबा बंदा सिंह बहादुर जी ने इधर रुख कीता। जिथे जिथे होर पहाड़ी राजियां बारे सुनिया, उन्हां नूं उत्थे उत्थे पहुंच के मारन दी विचार प्राप्त कीती है। क्योंकि बाबा बंदा सिंह बहादुर जी इस कारज दे विच किसे पापी नूं अपराधी नूं बख्शना नहीं चाहुंदे, क्योंकि उन्हां ने गुरु नानक दे दर करदे नाल जिहड़ा पाप बैर विरोध कर्म कमाया, नरदई होके कमाया। हुण जिवें दा उन्हां ने कर्म कीता उवें दा उन्हां नूं फल भुगताउण वास्ते उदां दा बनना पैना, उदां दी विचार प्राप्त करनी पैनी है। इदां करके वाई तरदे राजियां दे जिन्ने भी राज ने पहाड़ी राजियां दे, उन्हां नूं उत्थे उत्थे पहुंच के मारन दी विचार प्राप्त कीती है। 22 तरदे राजे अते सूरवीर फड़ फड़ के मारे, जिथे किथे
ਭੱਜ ਗਏ। ਤਦ ਕਹਿੰਦੇ ਚੰਬੇ ਦਾ ਪਹਾੜੀ ਰਾਜਾ ਬਹੁਤ ਡਰ ਗਿਆ। ਉਹਨੇ ਵਿਚਾਰ ਪ੍ਰਾਪਤ ਕੀਤੀ ਕਿ ਪਹਿਲਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਸਤਿਗੁਰ ਜੀ ਉਹ ਸਾਥੋਂ ਸੰਭਾਲੇ ਨਹੀਂ ਸੀ ਜਾਂਦੇ, ਪਰ ਇਹ ਹੁਣ ਹੋਰ ਕਹਿੰਦੇ ਉਹਨਾਂ ਵਰਗਾ ਉਦਾਂ ਦੇ ਬੇਖੌਫ ਪ੍ਰਾਪਤ ਹੋ ਗਿਆ। ਮੌਤ ਤੋਂ ਡਰਦਾ ਨਹੀਂ, ਕਿਸੇ ਪ੍ਰਕਾਰ ਵੀ ਇਦਾਂ ਦੀ ਵਿਚਾਰ ਨਹੀਂ ਕਰਦੇ, ਪਤਾ ਨਹੀਂ ਕਿੱਥੋਂ ਉਤਪੰਨ ਹੋ ਗਏ, ਪ੍ਰਗਟ ਹੋ ਗਏ ਨੇ। ਕਹਿੰਦੇ ਇਦਾਂ ਕਰਕੇ ਉਹਨਾਂ ਨੇ ਚੰਬੇ ਦੇ ਪਹਾੜੀ ਰਾਜੇ ਨੇ ਮਨ ਵਿੱਚ ਬਹੁਤ ਡਰ ਪ੍ਰਾਪਤ ਕੀਤਾ। ਉਸਨੇ ਵੇਖ ਕੇ ਵਿਚਾਰ ਪ੍ਰਾਪਤ ਕੀਤੀ ਕਿ ਸਭ ਦਾ ਹੀ ਨਿਵਾਸ ਕਰ ਦਿੱਤਾ ਜਾਣਾ, ਸਭ ਨੂੰ ਖਤਮ ਕਰ ਦਿੱਤਾ ਜਾਣਾ। ਤੇ ਉਸ ਵੇਲੇ ਉਸ ਦੀ ਪੁੱਤਰੀ ਬਹੁਤ ਸੁੰਦਰ ਸੀ, ਚੰਦ ਵਰਗਾ ਜਿਸਦਾ ਮੁਖੜਾ ਸੀ ਤੇ ਨੱਕ ਜਿਸਦਾ ਬਹੁਤ ਪਤਲਾ ਸੀ। ਇਹ ਕਹਿ ਲੋ ਕਿ ਨੈਣ ਨਕਸ਼ ਬੜੇ ਸੁੰਦਰ ਸਨ। ਕਵਲ ਦੀਆਂ ਪੰਖੜੀਆਂ ਵਰਗੀਆਂ ਜਿਸਦੀਆਂ ਵਿਸ਼ਾਲ ਅੱਖਾਂ ਸਨ, ਮਾਨੋ ਕਹਿੰਦੇ ਕਾਮਦੇਵ ਨੇ ਉਸ ਦੀ ਸੂਰਤ ਆਪ ਬਣਾਈ ਹੋਵੇ, ਇਦਾਂ ਪ੍ਰਤੀਤ ਹੋ ਰਿਹਾ। ਉੱਚੀ ਭਾਰੀ ਛਾਤੀ ਤੇ ਮਿੱਠੀ ਆਵਾਜ਼ ਸੀ, ਸ਼ੀਸ਼ੇ ਵਰਗਾ ਮੁਖੜਾ ਤੇ ਸੁੰਦਰ ਦੋਵੇਂ ਨੈਣ ਸਨ, ਵਧੀਆ ਪਤਲੇ ਹੋਠ ਲਾਲ ਸਨ। ਉਸਨੇ ਆਪਣੀ ਪੁੱਤਰੀ ਨੂੰ ਬਹੁਤ ਹਾਰ ਸ਼ਿੰਗਾਰ ਕਰਵਾਇਆ ਤੇ ਉਸਦੀ ਕਿਹੜੀ ਛਵੀ ਦਾ ਉਚਾਰਨ ਕਰੀਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਉਹ ਭਾਈ ਇਹ ਕਹਿ ਲੋ ਕਿ ਅਪਸਰਾਂ ਨਾਲੋਂ ਵੀ, ਪਰੀਆਂ ਨਾਲੋਂ ਵੀ ਉਹ ਜਿਹੜੀ ਲੜਕੀ ਹੈ, ਇਸ ਰਾਜੇ ਦੀ ਪੁੱਤਰੀ ਹੈ, ਬਹੁਤ ਸੁੰਦਰ ਹੈ। ਜਿਸ ਨੂੰ ਵੇਖ ਕੇ ਜੋਗੀ ਵੀ ਭਰਮਾਂ ਵਿੱਚ ਪੈ ਜਾਣ, ਭਰਮ ਜਾਵਣ। ਉਸ ਦੀ ਗਿਣਤੀ ਕੀ ਕਰੀਏ ਜਿਸ ਦੀ ਸੁੰਦਰਤਾ ਖੁਦ ਆਕਾਮ ਨੇ ਆਪ ਰੂਪ ਧਾਰਨ ਕਰਕੇ ਕੀਤੀ ਹੋਵੇ। ਉਸ ਦੇ ਕਹਿੰਦੇ ਇਦਾਂ ਦੀ ਵਿਚਾਰ ਪ੍ਰਾਪਤ ਹੋਈ, ਇਦਾਂ ਦੇ ਸੁੰਦਰ ਰੂਪ ਨੂੰ ਵਰਣਨ ਕੀਤਾ ਗਿਆ। ਮਿਰਗ ਨੈਣਾ ਨੂੰ ਸਵਾਰਿਆ ਗਿਆ, ਕਵਲ ਵਰਗੇ ਹੱਥਾਂ ਨੂੰ ਕਹਿੰਦੇ ਮਹਿੰਦੀ ਲਾ ਕੇ ਲਾਲ ਰੰਗ ਦੇ ਵਿੱਚ ਤਬਦੀਲ ਕੀਤੇ ਕਿ ਉਸ ਲੜਕੀ ਨੂੰ ਇੱਕ ਡੋਲੇ ਵਿੱਚ ਬਿਠਾ ਦਿੱਤਾ। ਬਹੁਤ ਸਖੀਆਂ ਨਾਲ ਦਿੱਤੀਆਂ ਜਿਨ੍ਹਾਂ ਦੀ ਉਮਰ ਭਰ ਜਵਾਨੀ ਸੀ। ਕਹਿੰਦੇ ਉਸ ਆਪਣੀ ਲੜਕੀ ਨੂੰ ਬੰਦਾ ਸਿੰਘ ਬਹਾਦਰ ਦੇ ਪਾਸ ਭੇਜ ਦਿੱਤਾ। ਇਸ ਰਾਜੇ ਨੇ ਤੇ ਕਹਿੰਦੇ ਉਹ ਪਰੀ ਵਾਂਗ ਬੰਦਾ ਸਿੰਘ ਬਹਾਦਰ ਦੇ ਪਾਸ ਆਈ। ਜਦ ਬੰਦਾ ਸਿੰਘ ਬਹਾਦਰ ਨੇ ਉਸਦੇ ਸੁੰਦਰ ਸਰੀਰ ਨੂੰ ਵੇਖਿਆ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੂੰ ਭੁੱਲ ਗਿਆ। ਉਸ ਵਕਤ ਸਾਰੀ ਸੁੱਧ ਬੁੱਧ ਵਿਸਰ ਗਈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ। ਸਤਿਗੁਰੂ ਜੀ ਨੇ ਆਖਿਆ ਸੀ, ਜਿੰਨਾ ਚਿਰ ਤੁਸੀਂ ਜਤੀ ਸਤੀ ਰਵੋਗੇ ਉਹਨਾਂ ਚਿਰ ਤੇ ਵੱਡੀਆਂ ਵੱਡੀਆਂ ਹਕੂਮਤਾਂ ਤੁਹਾਡੇ ਸਨਮੁਖ ਆ ਕੇ ਝੁਕਣਗੀਆਂ। ਦੁਨੀਆ ਦੀ ਕੋਈ ਤਾਕਤ ਨਹੀਂ ਤੁਹਾਨੂੰ ਝੁਕਾ ਸਕੇਗੀ। ਦੁਨੀਆ ਦੀ ਕੋਈ ਏਦਾਂ ਦੀ ਵਿਚਾਰ ਨਹੀਂ। ਜਿੱਥੇ ਜਾਵੋਗੇ ਫਤਿਹ ਪ੍ਰਾਪਤ ਕਰੋਗੇ, ਜਤੀ ਸਤੀ ਰਹਿਣਾ ਪੈਣਾ ਤੁਹਾਨੂੰ। ਪਰ ਜਦੋਂ ਜਦ ਸਤ ਤੋਂ ਗਿਰ ਗਏ, ਭਾਵ ਕਿ ਗ੍ਰਸਤੀ ਹੋ ਗਏ ਜਾਂ ਏਦਾਂ ਦੀ ਕੋਈ ਵਿਚਾਰ ਪ੍ਰਾਪਤ ਕੀਤੀ, ਤਾਂ ਤੁਹਾਡੇ ਤੇਜ ਦੇ ਵਿੱਚ ਬੇਅੰਤ ਏਦਾਂ ਦੀ ਗਿਰਾਵਟ ਪ੍ਰਾਪਤ ਹੋਵੇਗੀ ਕਿ ਜਿਹੜੇ ਤੁਹਾਡੇ ਤੋਂ ਡਰਨਗੇ, ਤੁਹਾਡੇ ਖੌਫ ਨੂੰ ਪ੍ਰਾਪਤ ਕਰਨਗੇ, ਉਹੀ ਤੁਹਾਨੂੰ ਤਦ ਛਣ ਦੇ ਵਿੱਚ ਕੈਦ ਕਰਨ ਵਾਸਤੇ, ਤੁਹਾਨੂੰ ਸ਼ਹੀਦ ਕਰਨ ਵਾਸਤੇ ਉਹਨਾਂ ਨੇ ਗੁਰੇਜ਼ ਨਹੀਂ ਕਰਨਾ। ਬੜੇ ਸੁਖਾਲੇ ਸਹਿਜੇ ਢੰਗ ਦੇ ਨਾਲ ਤੁਹਾਨੂੰ ਇਦਾਂ ਦੀ ਪ੍ਰਾਪਤੀ ਕਰ ਲੈਣੀ। ਤੁਹਾਡਾ ਵਜੂਦ
ਖਤਮ ਕਰ ਦੇਵਣਗੇ। ਇਸ ਕਰਕੇ ਤੁਸੀਂ ਜਦ ਸਤ ਦੇ ਵਿੱਚ ਰਹਿਣਾ, ਕਿਸੇ ਪ੍ਰਕਾਰ ਇਦਾਂ ਦੀ ਵਿਚਾਰ ਨਾ ਪ੍ਰਾਪਤ ਕਰਿਓ। ਇਹ ਸਾਰੇ ਜਿਹੜੇ ਵਿਚਾਰ ਸਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਹੋਏ ਸਨ। ਪਰ ਕਹਿੰਦੇ ਜਦੋਂ ਜਿਵੇਂ ਜਿਸ ਮਸਤਕ ਦੇ ਵਿੱਚ ਲਿਖਿਆ ਹੋਵੇ ਉਸੇ ਤਰ੍ਹਾਂ ਹੋ ਕੇ ਰਹਿੰਦਾ। ਜਿੰਨਾ ਮਰਜ਼ੀ ਯਤਨ ਕਰ ਲਈਏ ਕਿ ਆਹ ਕਾਰਜ ਨਹੀਂ ਕਰਨਾ, ਸਾਡੇ ਵਾਸਤੇ ਹਾਨੀਕਾਰਕ ਹੈ। ਕਈ ਦਫਾ ਸਾਨੂੰ ਚੰਗੀ ਭਲੀ ਭਾਂਤ ਪਤਾ ਲੱਗ ਜਾਂਦਾ ਕਿ ਕਾਰਜ ਨਹੀਂ ਕਰਨਾ, ਇਹ ਕਰਨਾ, ਇਸ ਕਾਰਜ ਵਿੱਚ ਦੁੱਖ ਹੈ, ਇਸ ਕਾਰਜ ਦੇ ਵਿੱਚ ਸੁੱਖ ਹੈ। ਪਰ ਫਿਰ ਵੀ ਕਹਿੰਦੇ ਉਹ ਜਿਹੜੀ ਮਸਤਕ ਦੀ ਲੇਖ ਹੈ ਸਾਹਮਣੇ ਆ ਕੇ ਖਲੋ ਜਾਂਦੀ। ਗੁਰਬਾਣੀ ਕਹਿੰਦੀ ਲੇਖ ਨਾ ਮਿਟੀਏ ਸਕੀ, ਜੋ ਲਿਖਿਆ ਕਰਤਾਰ, ਜੋ ਵਾਹਿਗੁਰੂ ਪਰਮਾਤਮਾ ਨੇ ਲਿਖ ਦਿੱਤਾ ਉਹਦੇ ਹੋ ਕੇ ਰਵੇਗਾ, ਉਹਦੇ ਵਿਚਾਰ ਹੋ ਕੇ ਰਵੇਗੀ, ਜਿੰਨਾ ਮਰਜੀ ਯਤਨ ਕਰ ਲਈਏ। ਹੁਣ ਭਾਵ ਕਹਿਣ ਦਾ ਇਹ ਹੈ, ਉਸ ਰਾਜੇ ਦੀ ਪੁੱਤਰੀ ਜਦੋਂ ਇਦਾਂ ਸੁੰਦਰ ਰੂਪ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਸਨਮੁਖ ਆਈ ਹੈ, ਕਹਿੰਦੇ ਉਹ ਬੇਹੋਸ਼ ਹੋ ਗਿਆ ਤੇ ਧੀਰਜ ਨੂੰ ਛੱਡ ਦਿੱਤਾ। ਉਸ ਸਮੇਂ ਤੱਕ ਇਦਾਂ ਦੀ ਵਿਚਾਰ ਸੀ, ਉਸ ਪ੍ਰਾਣ ਨੂੰ ਵੀ ਕਹਿੰਦੇ ਤੋੜਿਆ, ਉਸ ਵਿਚਾਰ ਨੂੰ ਵੀ ਤੋੜ ਦਿੱਤਾ, ਬਚਨ ਨੂੰ ਵੀ ਤੋੜ ਦਿੱਤਾ। ਉਸ ਸਮੇਂ ਆਪਣਾ ਮਰਨਾ ਵੀ ਭੁੱਲ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕੇਵਲ ਉਸ ਇਸਤਰੀ ਦੇ ਜਿਹੜੇ ਸੰਗ ਨੂੰ ਪ੍ਰਾਪਤ ਕੀਤਾ, ਉਹਦੇ ਨਾਲ ਵਿਆਹ ਆਨੰਦ ਕਾਰਜ ਕਰਨ ਦੀ ਵਿਚਾਰ ਬਣਾ ਲਈ ਹੈ। ਤੇ ਉਸ ਵਕਤ ਗੁਰੂ ਪਿਆਰੇ ਉਸ ਇਸਤਰੀ ਨੂੰ ਵਿਆਹ ਕਰਕੇ ਆਪਣੀ ਬਣਾ ਲਿਆ ਤੇ ਉਸ ਪਾਸੋਂ ਰਿਹਾ ਨਾ ਗਿਆ। ਫਿਰ ਕਾਮ ਦੀ ਨਦੀ ਵਿੱਚ ਡੁੱਬ ਗਿਆ। ਫਿਰ ਸਾਰੇ ਪਹਾੜੀਆਂ ਨੂੰ ਵਸ ਵਿੱਚ ਕਰ ਲਿਆ। ਜਿਹੜਾ ਵੀ ਅੱਗੇ ਲੜ ਕੇ ਅੜਿਆ ਉਸ ਨੂੰ ਖਤਮ ਕਰ ਦਿੱਤਾ। ਸਾਰੇ ਪਹਾੜੀ ਰਾਜਿਆਂ ਦਾ ਆਗੀ ਪੁਣਾ ਭੰਨ ਕੇ ਤੇ ਫਿਰ ਕਹਿੰਦੇ ਆਪਣਾ ਵੱਡਾ ਦਲ ਨਾਲ ਲੈ ਕੇ ਵਾਪਸ ਮੁੜਾਇਆ। ਸਾਰੇ ਪਹਾੜੀਆਂ ਦੀ ਉਹਨਾਂ ਪਹਾੜਾਂ ਦੀ ਸੈਲ ਕੀਤੀ ਹੈ। ਪ੍ਰਸੰਨਤਾ ਧਾਰ ਕੇ ਬਾਹਰ ਨਿਕਲਿਆ। ਸਤਲੁਜ ਦਰਿਆ ਦੇ ਪਾਰ ਉਤਾਰਾ ਕੀਤਾ, ਉੱਥੇ ਡੇਰਾ ਕੀਤਾ। ਫਿਰ ਕਹਿੰਦੇ ਦੁਆਬੇ ਦੇਸ਼ ਵਿੱਚ ਪ੍ਰਵੇਸ਼ ਕਰ ਗਿਆ। ਪਿੰਡਾਂ ਨਗਰਾਂ ਨੂੰ ਲੁੱਟਿਆ ਤੇ ਮਾਰਦਾ ਧੁੰਮਾ ਪਾਉਂਦਾ ਬੜੇ ਜ਼ੋਰ ਨਾਲ ਆਉਂਦਾ ਸੀ। ਤੇ ਜਲੰਧਰ ਨਗਰੀ ਦੇ ਜਿਹੜੇ ਕਹਿੰਦੇ ਤੁਰਕ ਸਨ ਉਹ ਲੁੱਟ ਕੁੱਟ ਕੇ ਸਭ ਮਾਰ ਦਿੱਤੇ। ਹੋਰ ਜਿਹੜੇ ਵੱਡੇ ਵੱਡੇ ਸ਼ਹਿਰ ਸਨ ਕਹਿੰਦੇ ਉਹ ਸਾਰੇ ਹੀ ਸੈਨਾ ਨੇ ਲੁੱਟ ਕੁੱਟ ਕੇ ਉਜਾੜ ਦੇਣਾ ਕੀਤੇ ਨੇ। ਹੁਣ ਜਿੱਧਰ ਦੀ ਇਹ ਸੈਨਾ ਲੰਘਦੀ ਏਡੀ ਤਾਕਤ, ਐਡਾ ਖੌਫ ਹੈ, ਐਡਾ ਵਿਚਾਰ ਹੈ, ਜਿੱਧਰ ਦੀ ਲੰਘਦੇ ਨੇ ਉਧਰ ਹੀ ਲੁੱਟ ਕੁੱਟ ਕੇ ਤੈਸ ਨੈਸ ਕਰਕੇ ਉਥੋਂ ਦਾ ਸਾਰਾ ਨੁਕਸਾਨ ਕਰ ਦਿੰਦੇ ਨੇ। ਤੇ ਜਿਹੜੇ ਗੁਰੂ ਨਾਨਕ ਦੇ ਦਰ ਕਰਦੇ ਪਾਪੀ ਨਿੰਦਕ ਹੈ ਉਹਨਾਂ ਨੂੰ ਬਣਦੀ ਸਜ਼ਾ ਦਿੰਦੇ ਨੇ। ਇਹ ਕਹਿ ਲੋ ਜਿਵੇਂ ਸੁਨਾਮੀ ਆਉਂਦੀ ਹੈ, ਵੱਡੀ ਸੁਨਾਮੀ ਆਉਂਦੀ, ਜਿੱਥੋਂ ਦੀ ਉਹ ਲੰਘਦੀ ਉਥੋਂ ਦਾ ਜਿੰਨਾ ਵੀ ਸਾਜੋ ਸਮਾਨ ਹੈ, ਘਰ ਹੈ, ਪਰਿਵਾਰ ਹੈ, ਪਸ਼ੂ ਡੰਗਰ ਪੱਠਾ ਬੱਚਾ, ਜੋ ਮਨੁੱਖ ਆਦਿ ਜਿੰਨੇ ਵੀ ਨੇ ਉਹਨਾਂ ਦਾ ਤਤ ਛਣ ਦੇ ਵਿੱਚ ਨੁਕਸਾਨ ਕਰਕੇ ਭਾਰੀ ਤਬਾਹੀ ਦਾ ਮੰਜ਼ਰ ਦੇਖਣ ਨੂੰ ਪ੍ਰਾਪਤ ਹੁੰਦਾ। ਏਦਾਂ ਪ੍ਰਤੀਤ ਹੁੰਦਾ ਜਦੋਂ ਜਿੱਥੋਂ ਦੀ ਫੌਜ ਲੰਘਦੀ ਹੈ ਨਾ ਬਾਬਾ ਬੰਦਾ ਸਿੰਘ ਬਹਾਦਰ ਦੀ, ਉੱਥੇ ਇਉਂ ਪ੍ਰਤੀਤ ਹੁੰਦਾ ਵੱਡੀ ਸੁਨਾਮੀ ਵਾਂਗ ਵੱਡਾ ਨੁਕਸਾਨ ਕਰ ਦਿੱਤਾ ਜਾਂਦਾ। ਤੇ ਏਦਾਂ ਵਿਚਾਰ ਪ੍ਰਾਪਤ ਹੋਈ। ਵੱਡੇ ਵੱਡੇ ਸ਼ਹਿਰ ਲੁੱਟ ਕੁੱਟ ਕੇ ਉਜਾੜ ਦਿੱਤੇ। ਜਿਹੜਾ ਵੀ ਤੁਰਕ ਸੈਨਾ ਵਿੱਚ ਸਾਹਮਣੇ ਪ੍ਰਾਪਤ ਹੁੰਦਾ, ਜਿਹੜੀ ਵੀ ਤੁਰਕਾਂ ਦੀ ਸੈਨਾ ਆਉਂਦੀ ਕਹਿੰਦੇ ਉਹਨਾਂ ਨਾਲ ਯੁੱਧ ਕਰਕੇ ਤੁਰੰਤ ਉਹਨਾਂ ਨੂੰ ਖਤਮ ਕਰ ਦਿੰਦੇ, ਤਹਿਸ ਨਹਿਸ ਕਰ ਦਿੰਦੇ। ਫਿਰ ਮਾਝੇ ਦੇ ਵੱਡੇ ਦੇਸ਼ ਵਿੱਚ ਚੱਲ ਕੇ ਗਏ। ਦੌੜ ਦੌੜ ਕੇ ਬਹੁਤ ਵੱਡੇ ਨਗਰਾਂ ਨੂੰ ਮਾਰਿਆ। ਜਿਸ ਸ਼ਹਿਰ ਦਾ ਨਾਮ ਬਟਾਲਾ,
ਇਹ ਬਟਾਲੇ ਨਗਰ ਦੇ ਵਿੱਚ ਇੱਥੇ ਪਹੁੰਚੇ ਨੇ। ਉਸ ਵਿੱਚ ਜਿੰਨਾ ਵੀ ਧਨ ਸੀ ਸਾਰਾ ਖੋਹ ਲਿਆ। ਲਾਹੌਰ ਆਦਿਕ ਜਿਹੜੇ ਜਿੱਥੇ ਵੱਡੇ ਸਥਾਨ ਸਨ, ਜਿੱਥੇ ਤੁਰਕਾਂ ਦਾ ਵੱਡਾ ਜ਼ੋਰ ਸੀ, ਉਹਨਾਂ ਦੇ ਲੱਖਾਂ ਦੀ ਗਿਣਤੀ ਵਿੱਚ ਲਸ਼ਕਰ ਇਕੱਠੇ ਹੋਏ ਤੇ ਉਹ ਬਲ ਧਾਰ ਕੇ ਲੜਨ ਵਾਸਤੇ ਸਾਹਮਣੇ ਹੋਏ। ਜਿਸ ਸਥਾਨ ਵਿਖੇ ਉਸ ਵਕਤ ਚੱਪਾਚਿੜੀ ਨਗਰ ਹੈ ਨਾ, ਉੱਥੇ ਬਹੁਤ ਵੱਡਾ ਮੁਕਾਬਲਾ ਹੋਇਆ। ਇਹ ਚੱਪਾਚਿੜੀ ਨਗਰ ਵਿਖੇ ਕਿੱਥੋਂ ਤੱਕ ਕਾਂ ਕਿ ਕੈਸੀ ਲੜਾਈ ਮੱਚੀ। ਇਹ ਕਹਿ ਲੋ ਕਿ ਸਾਰਾ ਇਧਰਲਾ ਇਲਾਕਾ ਪੰਜਾਬ ਦਾ, ਸਾਰੇ ਹੀ ਕਹਿੰਦੇ ਲਾਹੌਰ ਪੰਜਾਬ, ਚੜ੍ਹਦਾ ਪੰਜਾਬ, ਲਹਿੰਦਾ ਪੰਜਾਬ, ਸਾਰੇ ਕਹਿੰਦੇ ਤੁਰਕ ਮਾਰ ਦਿੱਤੇ ਗਏ ਨੇ। ਜਿਹੜੇ ਸਤਿਗੁਰੂ ਜੀ ਨਾਲ ਆਨੰਦਪੁਰ ਦੀ ਧਰਤੀ ਤੇ ਜਾ ਕੇ ਲੜੇ ਸਨ, ਉਹਨਾਂ ਨੂੰ ਯੁੱਧ ਕਰਕੇ ਇੱਥੇ ਮਾਰ ਦਿੱਤਾ। ਚੁਣ ਚੁਣ ਕੇ ਲੱਭ ਕੇ ਢੂੰਡ ਕੇ ਉਹਨਾਂ ਨੂੰ ਘਰੋਂ ਕੱਢ ਕੇ ਜ਼ਬਰਦਸਤੀ ਮਾਰ ਦਿੱਤਾ। ਹੁਣ ਇਸ ਵਕਤ ਜ਼ਬਰਦਸਤ ਖਾਂ ਇੱਕ ਵੱਡਾ ਭਾਰੀ ਸੂਬਾ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਨਾਲ ਯੁੱਧ ਕਰਕੇ ਤੁਰੰਤ ਉਹਨੂੰ ਵੀ ਮਾਰ ਦਿੱਤਾ। ਹੋਰ ਸੈਨਾ ਤੇ ਜਿਹੜੇ ਉਮਰਾਵ ਸਨ ਘੇਰ ਕੇ ਜ਼ਖਮੀ ਕਰਕੇ ਮਾਰ ਦਿੱਤੇ। ਕਿਤੇ ਵੀ ਤੁਰਕਾਂ ਨੇ ਜਿੱਤ ਪ੍ਰਾਪਤ ਨਾ ਕੀਤੀ। ਉਹ ਜਿੱਥੇ ਕਿੱਥੇ ਜਾ ਕੇ ਖਾਲਸੇ ਪੰਥ ਅੱਗੇ ਨੀਵੇਂ ਹੋ ਜਾਂਦੇ ਸਨ, ਝੁਕ ਜਾਂਦੇ ਸਨ, ਮੌਤ ਪ੍ਰਾਪਤ ਕਰ ਲੈਂਦੇ ਸਨ। ਹੁਣ ਜਿੱਥੇ ਕਿੱਥੇ ਲੜੇ ਉੱਥੇ ਮਾਰੇ ਗਏ। ਗੁਰੂ ਤੀਰਥ ਦਾ ਵੱਡਾ ਪ੍ਰਤਾਪ ਸੀ। ਲੱਖਾਂ ਦੁਸ਼ਟਾਂ ਨੂੰ ਵੱਡਾ ਸੰਤਾਪ ਸਹਿਣਾ ਪੈ ਗਿਆ। ਕਿੱਥੋਂ ਤੱਕ ਇਹ ਵਿਚਾਰ ਵਰਣਨ ਕਰੀਏ ਕਿ ਬਹੁਤ ਵੈਰੀਆਂ ਨੂੰ ਮਾਰਿਆ ਗਿਆ। ਆਓ ਸਾਹਮਣੇ ਹੋ ਕੇ ਲੜ ਕੇ ਮਾਰ ਦਿੱਤੇ ਗਏ ਨੇ। ਦੇਸ਼ਾਂ ਵਿੱਚ ਆਪਣੀ ਹਕੂਮਤ ਬਣਾਈ, ਸਾਰੀ ਖਲਕਤ ਪਰਜਾ ਹੋ ਗਈ। ਉਹ ਕਹਿੰਦੇ ਬਹੁਤ ਹਾਲਾ ਭਰਦੇ ਸਨ। ਇੰਨੇ ਵਿੱਚ ਦਿੱਲੀ ਤੋਂ ਬਹੁਤ ਵੱਡਾ ਲਸ਼ਕਰ ਲੱਖਾਂ ਦੀ ਗਿਣਤੀ ਵਿੱਚ ਉਹ ਸ਼ੋਰ ਮਚਾਉਂਦਾ ਹੋਇਆ ਇਧਰ ਪ੍ਰਾਪਤ ਹੋਇਆ। ਆ ਗਏ। ਸੁਣ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਸੈਨਾ ਦੇ ਸਾਹਮਣੇ ਦੋਨੋਂ ਹੱਥ ਨਾਲ ਹੱਥ ਲਾਉਣਾ ਕੀਤੇ, ਦੋ ਹੱਥ ਕੀਤੇ। ਹੁਣ ਸਤਲੁਜ ਦਰਿਆ ਨੂੰ ਪਾਰ ਲੰਘ ਗਿਆ, ਲੁਧਿਆਣੇ ਨਗਰ ਨੂੰ ਮਾਰ ਕੇ ਲੜਿਆ ਤੇ ਤੁਰਕਾਂ ਨਾਲ ਵੱਡਾ ਜੰਗ ਕੀਤਾ। ਬੰਦੂਕਾਂ ਤੋਪਾਂ ਤੇ ਜੰਜੈਲ ਚਲਾਉਂਦਾ ਸੀ, ਤੀਰ ਤਬਰ ਅਤੇ ਨੇਜੇ ਭੌਂਦਾ ਸੀ। ਉੜਕ ਵਿੱਚ ਬਹੁਤ ਵੱਡਾ ਭੀੜ ਹੋਇਆ ਤੇ ਕਹਿੰਦੇ ਉਹ ਲਸ਼ਕਰ ਵੀ ਲੜ ਕੇ ਮਾਰ ਲਿਆ। ਉੱਥੇ ਦੇਸ਼ ਦੇ ਕਈ ਨਗਰ ਦੇ ਪਿੰਡ ਲੁੱਟ-ਕੁੱਟ ਲਏ ਨੇ, ਘਰਾਂ ਨੂੰ ਉਜਾੜ ਦਿੱਤਾ। ਫਿਰ ਕਹਿੰਦੇ ਦੁਆਬੇ ਦੇਸ਼ ਵਿੱਚ ਪ੍ਰਵੇਸ਼ ਹੋ ਗਏ। ਧਨ ਖੋ ਕੇ ਬਹੁਤ ਵੈਰੀਆਂ ਨੂੰ ਮਾਰਨਾ ਕੀਤਾ। ਫਿਰ ਦੱਖਣੀ ਨਗਰ ਨੂੰ ਤਦ ਮਾਰਨਾ ਕੀਤਾ। ਫਿਰ ਕਹਿੰਦੇ ਮਹਾਂਦਲ ਨੇ ਫਿਰ ਕੇ ਸਾਰੇ ਦੇਸ਼ ਉਜਾੜ ਦੇਣਾ ਕੀਤੇ। ਜਿੱਥੇ ਕਿਤੇ ਬਹੁਤ ਖੌਫ ਪੈਦਾ ਹੋ ਗਿਆ। ਫਿਰ ਗੁਰਦਾਸਪੁਰ ਨੂੰ ਜਾ ਕੇ ਲੁੱਟਿਆ। ਜਿਹੜਾ ਵੀ ਸਾਹਮਣੇ ਹੋ ਕੇ ਲੜਿਆ ਉਸ ਨੂੰ ਕੁੱਟ ਲਿਆ, ਮਾਰ ਦਿੱਤਾ, ਮੌਤ ਦੇ ਘਾਟ ਉਤਾਰ ਦਿੱਤਾ। ਇਸ ਵਿਧੀ ਨਾਲ ਸਾਰੀ ਕਥਾ ਦਾ ਪ੍ਰਸੰਗ ਹੋਇਆ। ਹੁਣ ਭਾਈ ਰਾਮ ਕੌਰ ਜੀ ਆਪਣੇ ਸਰੋਤਿਆਂ ਨੂੰ ਕਹਿ ਰਹੇ ਨੇ, ਵੱਡੇ ਯੁੱਧ ਕਰਕੇ ਦੁਸ਼ਟਾਂ ਨੂੰ ਮਾਰਿਆ। ਅਸੀਂ ਵੀ ਤਦ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲਣ ਵਾਸਤੇ ਆਏ। ਬਹੁਤ ਲੋਕਾਂ ਨੇ ਸਾਡਾ ਬਿਰਤਾਂਤ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੁਣਾਇਆ ਤੇ ਕਹਿੰਦੇ ਸਾਡਾ ਬੜੇ ਆਦਰ ਨਾਲ ਬੰਦਾ ਸਿੰਘ ਬਹਾਦਰ ਦੇ ਨਾਲ ਜਦ ਮੇਲ ਹੋਇਆ ਤਾਂ ਅਸੀਂ ਬਹੁਤ ਪ੍ਰਸੰਨ ਹੋਏ। ਉਸ ਥਾਂ ਸਾਨੂੰ ਕਹਿੰਦੇ ਆਪਣੇ ਨਾਲ ਹੀ ਰੱਖਿਆ।
ਜਿੰਨੇ ਵੀ ਆਕੀ ਦੇਸ਼ ਸਨ ਸਾਰਿਆਂ ਨੂੰ ਸੋਧਾ ਲਾਉਣਾ ਕੀਤਾ। ਫਿਰ ਅੰਮ੍ਰਿਤਸਰ ਦੇ ਦਰਸ਼ਨ ਕਰਨਾ ਚਾਹੁੰਦੇ ਸਨ। ਘਟਾਂ ਵਾਂਗ ਕਹਿੰਦੇ ਬਹੁਤ ਵੱਡੀ ਸੈਨਾ ਕੇ ਪ੍ਰਾਪਤ ਹੋਈ, ਹਜ਼ਾਰਾਂ ਸਿੰਘ ਪ੍ਰਸੰਗ ਉਥੋਂ ਦੇ ਵਿਚਾਰ ਪ੍ਰਾਪਤ ਹੋਏ। ਉੱਥੇ ਵੱਖੋ ਵੱਖਰੇ ਪ੍ਰਸੰਗ ਚੱਲੇ। ਖੁਸ਼ੀ ਦੇ ਵਿੱਚ ਹੋ ਕੇ ਇੱਕ ਦੂਜੇ ਨੂੰ ਮਿਲਣਾ ਕੀਤੇ, ਇੱਕ ਦੂਜੇ ਦਾ ਹਾਲ ਚਾਲ ਪੁੱਛਦੇ ਨੇ। ਅੱਗੇ ਅੱਗੇ ਹਜ਼ਾਰਾਂ ਨਗਾਰੇ ਵੱਜ ਰਹੇ ਸਨ। ਦੂਰ ਦੂਰ ਦੇ ਮਨੁੱਖ ਬਹੁਤੇ ਭੱਜਦੇ ਜਾਂਦੇ ਸਨ। ਹੁਣ ਦਿੱਲੀ ਵਿੱਚ ਵੱਡਾ ਡਰ ਪੈਦਾ ਹੋ ਗਿਆ, ਜਿੱਥੇ ਕਿਤੇ ਦੇਸ਼ ਡਰ ਨਾਲ ਸਹਿਮ ਗਿਆ। ਉਹ ਕਹਿੰਦੇ ਘਰਾਂ ਨੂੰ ਛੱਡ ਛੱਡ ਕੇ ਭੱਜਣੇ ਸ਼ੁਰੂ ਹੋ ਗਏ। ਨਾ ਅੜਦੇ ਸੀ ਨਾ ਲੜਦੇ ਸੀ, ਤੁਰਕ ਰਣ ਖੇਤਰ ਛੱਡ ਕੇ ਭੱਜਣੇ ਸ਼ੁਰੂ ਹੋ ਗਏ। ਮਨ ਵਿੱਚ ਜਿੱਥੇ ਕਿਤੇ ਉਹਨਾਂ ਨੂੰ ਮੌਤ ਦਿਖਾਈ ਦੇਣ ਲੱਗ ਪਈ ਹੈ। ਹੁਣ ਦਿੱਲੀ ਵਿੱਚ ਸਦਾ ਵੱਡੀ ਤਕੜਾਈ ਕਰਕੇ ਸਾਰੇ ਵੈਰੀ ਬੈਠੇ ਸਨ, ਸਖਤੀ ਨਾਲ ਪਹਿਰਾ ਲਾ ਕੇ ਬੈਠੇ ਸਨ। ਬਾਬਾ ਬੰਦਾ ਸਿੰਘ ਬਹਾਦਰ ਦੀ ਵੱਡੀ ਧਾਕ ਪੈ ਗਈ ਤੇ ਵੈਰੀਆਂ ਦੀ ਵੱਡੀ ਚੜ੍ਹਤ ਲਾ ਕੇ ਰੱਖ ਦਿੱਤੀ ਹੈ। ਇਉਂ ਲਾ ਕੇ ਰੱਖ ਦਿੱਤੀ ਜਿਵੇਂ ਸੱਪ ਕੁੰਜ ਲਾ ਕੇ ਰੱਖ ਦਿੰਦਾ। ਤੇ ਕਹਿੰਦੇ ਤੁਰਕਾਂ ਵਿੱਚ ਵੱਡਾ ਭਾਰੀ ਡਰ ਪੈਦਾ ਹੋ ਗਿਆ। ਕਦੀ ਕਦੀ ਸੂਬੇ ਵਿੱਚ ਇੱਕ ਥਾਂ ਇਕੱਠੇ ਹੁੰਦੇ, ਆਪਸ ਦੇ ਵਿੱਚ ਮੀਟਿੰਗਾਂ ਕਰਦੇ, ਆਪਸ ਦੇ ਵਿੱਚ ਸਲਾਹ ਮਸ਼ਵਰੇ ਕਰਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕਿਵੇਂ ਕਰਕੇ ਖਤਮ ਕਰੀਏ, ਕਿਵੇਂ ਉਹਨਾਂ ਨੂੰ ਮੌਤ ਦੇ ਘਾਟ ਉਤਾਰੀਏ, ਕਿਵੇਂ ਉਹਨਾਂ ਤੋਂ ਨਿਜਾਤ ਪ੍ਰਾਪਤ ਕਰੀਏ। ਏਦਾਂ ਦੀਆਂ ਗੁਪਤ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਰ ਗੁਰੂ ਪਿਆਰਿਓ, ਜਿੱਥੇ ਸਤਿਗੁਰ ਦੀ ਕਿਰਪਾ ਰਹਿਮਤ ਵਰਤਦੀ ਹੈ, ਜਿੱਥੇ ਸਤਿਗੁਰ ਦੀ ਬਖਸ਼ਿਸ਼ ਰਹਿਮਤ ਹੈ, ਉੱਥੇ ਪਾਪੀ ਲੋਕ ਜਿੰਨੇ ਮਰਜੀ ਆਪਣੇ ਆਪ ਦੇ ਵਿੱਚ ਵਿਚਾਰਾਂ ਕਰ ਲਵਣ, ਕਿਸੇ ਪ੍ਰਕਾਰ ਕੋਈ ਵੀ ਉੱਥੇ ਵਾਹ ਪੇਸ਼ ਨਹੀਂ ਚੱਲਦੀ। ਏਦਾਂ ਕਰਕੇ ਵਿਚਾਰ ਕਰਦੇ ਆਪਣੇ ਸਾਰੇ ਲਸ਼ਕਰ ਆਪਸ ਦੇ ਵਿੱਚ ਮਿਲਦੇ ਸਨ। ਉਹ ਕਹਿੰਦੇ ਸਨ ਕਿ ਸਾਹਮਣੇ ਹੋ ਕੇ ਅੜ ਅੜ ਕੇ ਲੜ ਲੜ ਕੇ ਮਾਰਾਂਗੇ, ਪਰ ਮਾਰ ਖਾ ਕੇ ਡਰ ਕੇ ਭੱਜ ਜਾਂਦੇ ਸਨ। ਏਦਾਂ ਦੀ ਵਿਚਾਰ ਕਰਦੇ। ਹੁਣ ਕੌਣ ਹੈ ਜਿਹਨੂੰ ਆਪਣਾ ਜੀਵਨ ਪਿਆਰਾ ਨਹੀਂ ਹੈ? ਕੌਣ ਹੈ ਜਿਹਨੂੰ ਮੌਤ ਚੰਗੀ ਲੱਗਦੀ ਹੈ? ਲੱਖਾਂ ਦੀ ਗਿਣਤੀ ਵਿੱਚ ਉਹਨਾਂ ਲਸ਼ਕਰ ਮਰਵਾ ਲਏ ਨੇ, ਵੱਡੇ ਨੁਕਸਾਨ ਕਰਵਾ ਲਏ। ਜਿਹੜਾ ਵੀ ਲੜਦਾ ਸੀ ਉਸਦਾ ਕਿਸੇ ਤਰ੍ਹਾਂ ਵੀ ਬਚਾਅ ਨਹੀਂ ਸੀ ਹੁੰਦਾ। ਉਹ ਆਪਣੇ ਪ੍ਰਾਣ ਖਤਮ ਕਰ ਲੈਂਦਾ ਸੀ। ਉਹ ਪਾਪੀ ਨੂੰ ਮੂੰਹ ਦੀ ਮਾਰ ਪੈਂਦੀ ਸੀ। ਏਦਾਂ ਦੀ ਵਿਚਾਰ ਹੋਈ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਅੱਗੇ ਗੁੱਸਾ ਧਾਰ ਕੇ ਕੌਣ ਆ ਕੇ ਮਿਲੇ, ਕੌਣ ਖੜੇ, ਭਾਵ ਕੋਈ ਨਹੀਂ। ਕਈ ਵਾਰ ਤੁਰਕ ਆਪਸ ਦੇ ਵਿੱਚ ਮਿਲ ਕੇ ਬਹੁਤ ਗੁੱਸਾ ਧਾਰਨ ਕਰਕੇ ਰਣ ਖੇਤਰ ਦੇ ਵਿੱਚ ਸਾਹਮਣੇ ਆਉਂਦੇ ਸਨ। ਪਰ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਸੂਰਵੀਰ ਉਹਨਾਂ ਦੇ ਸਰੀਰ ਛਲਣੀ ਕਰ ਦਿੰਦੇ ਸਨ। ਕਿਤੇ ਤੀਰਾਂ ਦੀ ਵਰਖਾ ਕਰਦੇ, ਕਿਤੇ ਗੋਲੀਆਂ ਦੀ ਰਾਈਫਲਾਂ ਨਾਲ ਚਲਾਉਂਦੇ, ਤੋਪਾਂ ਨਾਲ ਉਡਾ ਦਿੰਦੇ। ਤਿਲ ਤਿਲ ਹੋਣ ਕਰਕੇ ਲੜਦੇ ਸਨ ਜਿੱਤ ਪ੍ਰਾਪਤ ਕਰਨ ਵਾਸਤੇ। ਉਹ ਜਿੱਥੋਂ ਕਿੱਥੋਂ ਵਾਹ ਵੇਸ਼ ਲਾਉਂਦੇ, ਪਰ ਕਿਸੇ ਪ੍ਰਕਾਰ ਉਹਨਾਂ ਦੀ ਚਲਦੀ ਨਹੀਂ ਸੀ। ਇਸ ਪ੍ਰਕਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਦੇਸ਼ਾਂ ਉੱਪਰ ਜਿੱਤ ਪ੍ਰਾਪਤ ਕੀਤੀ ਤੇ ਸਾਰੇ ਦੇਸ਼ਾਂ ਉੱਪਰ ਆਪਣੀ ਹਕੂਮਤ ਕਾਇਮ ਕਰ ਲਈ। ਜਿੱਥੇ ਕਿਤੇ ਆਪਣੇ ਥਾਣੇਦਾਰ ਭੇਜੇ, ਉਹ ਨਿਆਂ ਦੇ ਨਵੇੜੇ ਦਾ ਕੰਮ ਕਰਦੇ ਸਨ। ਏਦਾਂ ਦੀ ਵਿਚਾਰ ਪ੍ਰਾਪਤ ਹੋਈ ਹੈ। ਉਹ ਕਹਿੰਦੇ ਹੁਕਮ ਕਰਕੇ ਹਾਲਾਤ ਦੇ ਧਨ ਲੈਂਦੇ ਸਨ। ਫਿਰ ਕਹਿੰਦੇ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਪਾਸ ਪਹੁੰਚਾ ਦਿੰਦੇ। ਦਿੱਲੀ ਵਿੱਚ ਬਹੁਤ ਤੁਰਕ ਮਿਲ ਕੇ, ਬਹੁਤ ਡਰ ਮੰਨ ਕੇ ਵੱਡੇ ਵੱਡੇ ਕਿਲਿਆਂ ਵਿੱਚ ਜਾ ਕੇ ਪਨਾਹ ਪ੍ਰਾਪਤ ਕਰਦੇ ਸਨ। ਬਹੁਤ ਬਰੂਦ ਅਤੇ ਗੋਲਾ ਗੋਲੀਆਂ ਲੈ ਕੇ ਨਗਰ ਦੇ ਕਿਲੇ ਨੂੰ ਚਾਰੇ ਪਾਸਿਆਂ ਤੋਂ ਸੁਧਾਰਿਆ। ਬਹੁਤ ਸਥਾਨਾਂ ਤੇ ਤੋਪਾਂ ਸੁਧਾਰ ਕੇ ਰੱਖ ਦਿੱਤੀਆਂ
ਫਿਰ ਇੱਕ ਦੂਸਰੇ ਨੂੰ ਕਹਿੰਦੇ ਇੱਥੇ ਮਿਲ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਰਾਂਗੇ, ਪਰ ਉਹਨਾਂ ਨੂੰ ਕੌਣ ਮਾਰੇ ਭਾਵ ਕੋਈ ਨਹੀਂ। ਇਦਾਂ ਦੀ ਵਿਚਾਰ ਪ੍ਰਾਪਤ ਕਰਦੇ ਸਨ ਆਪਸ ਦੇ ਵਿੱਚ। ਉਹ ਸਤਿਗੁਰ ਦੇ ਇਸ ਵੱਡੇ ਜਰਨੈਲ ਨੂੰ ਪਕੜ ਕੇ ਮੌਤ ਦੇ ਘਾਟ ਉਤਾਰਨਾ ਚਾਹੁੰਦੇ ਸਨ। ਇਦਾਂ ਦੀ ਵਿਚਾਰ ਹੋਣਾ ਕੀਤੀ ਤੇ ਪਰ ਉਹਨਾਂ ਦੀ ਵਾਹ ਪੇਸ਼ ਨਹੀਂ ਸੀ ਚੱਲਦੀ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਦਿਨੋਂ ਦਿਨ ਚੜ੍ਹਦੀ ਕਲਾ ਜਾ ਰਹੀ ਸੀ। ਪਰ ਇਹ ਜਿਹੜੀ ਚੜ੍ਹਦੀ ਕਲਾ ਸਦੀਵ ਕਾਲ ਨਹੀਂ ਰਹਿੰਦੀ। ਕਈ ਦਫਾ ਹੁਣ ਜੇ ਤਾਂ ਸਤਿਗੁਰ ਦੇ ਬਚਨਾਂ ਤੇ ਆਪਾਂ ਟਿਕੇ ਰਵਾਂਗੇ ਫਿਰ ਤੇ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਪ੍ਰਾਪਤ ਹੁੰਦੀ ਰਹਿੰਦੀ ਹੈ। ਤੇ ਜੇ ਸਤਿਗੁਰ ਦੇ ਬਚਨਾਂ ਤੋਂ ਖਿਸਕ ਗਏ ਫੇਰ ਕੋਈ ਗਰੰਟੀ ਨਹੀਂ, ਕੋਈ ਪਤਾ ਨਹੀਂ ਕਦੋਂ ਕਿਵੇਂ ਕੀ ਵਿਚਾਰ ਹੋਵੇ, ਕਿੱਥੇ ਜਾ ਕੇ ਕਿੱਦਾਂ ਦਾ ਹਾਲ ਹੋਵੇ, ਕੋਈ ਪਤਾ ਨਹੀਂ। ਇਸ ਕਰਕੇ ਜਿਹੜਾ ਮਨੁੱਖ ਦੇ ਬਚਨਾਂ ਤੇ ਟਿਕਿਆ ਰਹਿੰਦਾ ਉਹਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਪ੍ਰਾਪਤ ਹੁੰਦੀ। ਜਿਹੜਾ ਬਚਨਾਂ ਤੋਂ ਖਿਸਕ ਜਾਂਦਾ, ਜਿਉਂ-ਜਿਉਂ ਬਚਨਾਂ ਤੋਂ ਖਿਸਕਦਾ ਤਿਉਂ-ਤਿਉਂ ਉਸ ਮਨੁੱਖ ਨੂੰ ਸਤਿਗੁਰ ਦੀ ਬਖਸ਼ਿਸ਼ ਰਹਿਮਤ ਉਹਦੇ ਕੋਲੋਂ ਖੁੱਸਦੀ ਜਾਂਦੀ ਹੈ, ਚਲਦੀ ਜਾਂਦੀ ਹੈ। ਇਸ ਕਰਕੇ ਸਤਿਗੁਰ ਜੀ ਕਿਰਪਾ ਕਰਨ ਲੱਗੇ ਨੇ, ਬਖਸ਼ਿਸ਼ ਕਰਨ ਲੱਗੇ। ਉਹ ਪਿਆਰਿਓ, ਜੇ ਫਾਨੀ ਸੰਸਾਰ ਦੇ ਵਿੱਚ ਬਖਸ਼ਿਸ਼ ਰਹਿਮਤ ਪ੍ਰਾਪਤ ਕਰਨੀ ਤੇ ਸਤਿਗੁਰ ਦੇ ਚਰਨਾਂ ਨਾਲ ਜੁੜੇ ਰਹਿਣਾ ਜ਼ਰੂਰੀ ਹੈ। ਇਸ ਕਰਕੇ ਆਓ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਕਥਾ ਵਿਚਾਰ ਦਾ ਜੋ ਸਮਾਂ ਸਮਾਪਤ ਹੋ ਚੁੱਕਿਆ। ਅੱਗੇ ਬਾਬਾ ਬੰਦਾ ਸਿੰਘ ਬਹਾਦਰ ਜੀ ਕਿਵੇਂ ਵਿਚਾਰ ਪ੍ਰਾਪਤ ਕਰਦੇ, ਕੀ ਕੀ ਗੱਲਬਾਤ ਬਣਦੀ ਹੈ, ਕਿਵੇਂ ਕਿਵੇਂ ਕਰਕੇ ਸਤਿਗੁਰ ਦਾ ਹੁਕਮ ਹੁੰਦਾ, ਉਹ ਰਹਿੰਦੀ ਵਿਚਾਰ ਆਪਾਂ ਅੱਗੇ ਕੱਲ ਨੂੰ ਸਰਵਣ ਕਰਾਂਗੇ। ਆਓ ਅੱਜ ਦੀ ਵਿਚਾਰ ਇੱਥੋਂ ਤੱਕ ਪ੍ਰਵਾਨ ਕਰਨੀ, ਗੁਰੂ ਚਰਨਾਂ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ। ਸਤਿਗੁਰ ਜੀ ਕਿਰਪਾ ਕਰਦੇ ਨੇ।